ਮਾਣ ਮੰਗੋ ਤਾਣ ਮੰਗੋ, ਧਨ ਲక్ష్ਮੀ ਸੁਤ ਦੇ। ਮਹਾਂਪੁਰਖਾਂ ਦੇ ਉਪਦੇਸ਼ ਹਰ ਪ੍ਰਾਣੀ ਵਾਸਤੇ ਹੁੰਦੇ ਹਨ। ਹਰ ਪ੍ਰਾਣੀ ਦੀ ਆਪਣੀ ਆਪਣੀ ਜਗਿਆਸਾ ਹੈ। ਜਿਵੇਂ ਛੋਟਾ ਬੱਚਾ ਹੈ, ਉਹਦੀ ਜਗਿਆਸਾ ਖੇਡ ਖਿਡੌਣਿਆਂ ਦੇ ਵਿੱਚ ਹੈ। ਉਹਦੇ ਸਾਹਮਣੇ ਤੁਸੀਂ ਹੀਰੇ ਮੋਤੀ ਸੋਨਾ ਚਾਂਦੀ ਰੱਖੋ, ਉਹ ਉਹਨਾਂ ਨੂੰ ਅੰਗੀਕਾਰ ਨਹੀਂ ਕਰੇਗਾ, ਉਹਨਾਂ ਨੂੰ ਦੇਖੇਗਾ ਵੀ ਨਹੀਂ, ਫੜੇਗਾ ਵੀ ਨਹੀਂ। ਇੱਕ ਕੋਈ ਰੰਗ ਬਿਰੰਗਾ ਖਿਡੌਣਾ ਉਹਦੇ ਸਾਹਮਣੇ ਰੱਖੋ, ਭਾਵੇਂ 2 ਆਨੇ ਦਾ ਹੋਵੇ, ਉਹਦੇ ਵੱਲ ਆਕਰਸ਼ਿਤ ਹੁੰਦਾ ਹੈ। ਛੋਟੀਆਂ ਛੋਟੀਆਂ ਗੁੱਡੀਆਂ, ਪਟੋਲੇ, ਜੋ ਬੱਚੇ ਨੂੰ ਆਕਰਸ਼ਿਤ ਕਰਦੇ ਖਿਡੌਣੇ। ਪਰ ਬੱਚੇ ਦੀ ਆਪਣੀ ਜਗਿਆਸਾ ਹੈ। ਬੱਚੇ ਦੀ ਜਗਿਆਸਾ ਵੀ ਬਜ਼ੁਰਗ ਮਾਤਾ ਪਿਤਾ ਪੂਰੀ ਕਰਦੇ ਹਨ, ਕਿਉਂਕਿ ਇਹ ਬੱਚਾ ਹੈ ਤੇ ਬੱਚਾ ਜੋ ਮੰਗ ਸਕਦਾ ਹੈ ਉਹ ਹੀ ਮੰਗ ਸਕਦਾ ਹੈ। ਬੱਚੇ ਦੀ ਜਿੰਨੀ ਕੁ ਬੁੱਧੀ ਹੈ ਓਨੀ ਕੀ ਹੈ, ਉਹਦੇ ਮੁਤਾਬਕ ਹੀ ਉਹਨੂੰ ਸਮਝਾਉਣਾ ਬਣਦਾ ਹੈ। ਆਸਤੇ ਆਸਤੇ ਵੱਡਾ ਹੋ ਕੇ ਉਹਦੀ ਰੁਚੀ ਵੀ ਬਦਲ ਜਾਂਦੀ। ਫਿਰ ਉਹ ਛੋਟੇ ਛੋਟੇ ਖੇਡ ਖਿਡੌਣੇ ਨਹੀਂ, ਫਿਰ ਵੱਡੇ ਵੱਡੇ ਖੇਡ ਖਿਡੌਣੇ ਮੰਗਦਾ ਹੈ ਤਾਂ ਖੇਡ ਖਿਡੌਣੇ ਪਰ ਥੋੜੇ ਵੱਡੇ। ਉਵੇਂ ਹੀ ਧਾਰਮਿਕ ਜਗਤ ਦੇ ਵਿੱਚ ਵੀ ਹੈ। ਜਿਵੇਂ ਧਾਰਮਿਕ ਜਗਤ ਦੇ ਵਿੱਚ ਕੋਈ ਪਹਿਲ ਪ੍ਰਵਿਰਤ ਹੁੰਦਾ, ਸਮਝ ਆਉਂਦੀ ਹੈ, ਚੱਲਣ ਦੀ ਕੋਸ਼ਿਸ਼ ਕਰਦਾ ਹੈ, ਗੁਰਦੁਆਰੇ ਜਾਂਦਾ ਹੈ, ਮੰਦਿਰ 'ਚ ਜਾਂਦਾ ਹੈ, ਤੇ ਪਹਿਲੇ ਉਹਨੂੰ ਖਿਆਲ ਹੁੰਦਾ ਮੰਗਣ ਦਾ ਕਿ ਗੁਰਦੁਆਰੇ ਜਾ ਕੇ ਮੰਗਣਾ ਚਾਹੀਦਾ, ਗੁਰੂਆਂ ਕੋ ਮੰਗੀਦਾ, ਪੀਰਾਂ ਕੋ ਮੰਗੀਦਾ, ਸਾਧੂ ਮਹਾਤਮਾ ਕੋ ਮੰਗਣ ਦਾ ਖਿਆਲ ਆਉਂਦਾ ਹੈ। ਇਹ ਜਗਿਆਸਾ ਬੱਚੇ ਵਾਲੀ ਧਾਰਮਿਕ ਜਗਤ ਦੇ ਵਿੱਚ, ਤੇ ਇਹਨੂੰ ਵੀ ਪੂਰੀ ਕਰਦੇ ਹਨ ਗੁਰੂ ਜੀ। ਇਸ ਜਗਿਆਸਾ ਦੇ ਕਰਕੇ ਹੀ ਆਸਤੇ ਆਸਤੇ ਚੱਲੂਗਾ, ਧਰਮ ਦੀ ਪੌੜੀ ਚੜੂਗਾ। ਭਾਵੇਂ ਉਹ ਵੀ ਜਾਣਦੇ ਹਨ ਵੀ ਇਹ ਬੱਚਿਆਂ ਵਾਲਾ ਹੈ ਸਵਾਲ, ਇਹ ਖੇਡ ਖਿਡੌਣੇ ਮੰਗ ਰਿਹਾ, ਬੱਚੇ ਛੋਟੇ ਛੋਟੇ ਮੰਗਦੇ, ਇਹ ਬੜੇ ਬੜੇ ਮੰਗਦਾ। ਪਰ ਧਾਰਮਿਕ ਜਗਤ ਦੇ ਵਿੱਚ ਸਾਰਾ ਜੋ ਕੁਛ ਵੀ ਹੈ ਖੇਡ ਖਿਡੌਣੇ ਹੀ। ਆਮ ਦੁਨਿਆਵੀ ਜਗਤ ਦੇ ਵਿੱਚ ਤੇ ਆਪਾਂ ਦੇਖਦੇ ਹਾਂ ਬੱਚਿਆਂ ਦੇ ਖੇਡ ਖਿਡੌਣੇ, ਨਿੱਕੇ ਨਿੱਕੇ ਕਾਰਾਂ ਬਣੀਆਂ, ਪਰ ਵੱਡਿਆਂ ਦੀਆਂ ਕਾਰਾਂ ਨੂੰ ਆਪਾਂ ਖੇਡ ਖਿਡੌਣੇ ਨਹੀਂ ਕਹਿੰਦੇ ਹਾਂ। ਪਰ ਧਾਰਮਿਕ ਜਗਤ ਦੇ ਵਿੱਚ ਉਹ ਵੀ ਉਹੋ ਹੀ ਹਨ। ਤੇ ਜਗਿਆਸੂ ਪਹਿਲ ਮੰਗਣ ਦੀ ਇੱਛਾ ਲੈ ਕੇ ਜਾਂਦਾ ਹੈ। ਕੁਛ ਮੰਗਣਾ, ਮਾਣ ਮੰਗੂ ਤਾਣ ਮੰਗੂ, ਧਨ ਲక్ష్ਮੀ ਸੁਤ ਦੇ। ਕੋਈ ਮਾਣ ਮੰਗਦਾ ਹੈ, ਕੋਈ ਤਾਣ ਮੰਗਦਾ ਹੈ, ਕੋਈ ਧਨ ਮੰਗਦਾ ਹੈ,
कोई पुत्र आदिक मंगदा है, पर उन्होंने भी स्वीकार किया जाता है कि ठीक लोड़ां ते आदमी की प्रारब्ध के अनुसार ही पूरियां होंदियां। जिवें जिवें दी प्रारब्ध होंदी है तिवें तिवें ही लोड़ां पूरियां होंदियां हैं। पर वो फिर भी दिलासा दिंदे हैं कि ठीक है, ये चीज़ां तैनूं चाहीदियां हन, ये भी लै। हौसला दिंदे हैं पर चले किसी ढंग दे नाल, भी बच्चे नूं तोरना भी जरूरी है ना। पहले पहल भी तुरे धार्मिक जगत दे विच कोशिश करते हैं ठीक है, भी जिज्ञासा पूरियां होण भी ठीक चल तू। पर हैरानगी उदों हुंदी है ਜਦੋਂ कोई बुजुर्ग भी उही आकांक्षा लैके गुरुआं को पीरां को महात्मा को जाता है, उन्होंने पूछे किन्ना चिर हो गया, कहंदा जी 40 साल हो गए अमृत छके नूं, ते मैं ते बचपन च ही धार्मिक हो गया सी। पर मंग की रहा है, खेड खिडाउण, दुनियावी इच्छावां, दुनियावी कामनावां, उन्हां दी लालस। फिर कहा जाता है कि ये बचपन बड़ी दूर तक चले गया, ये जो बच्चा ही रहा धार्मिक जगत दे विच प्रौढ़ नहीं होया। अगर कोई बच्चा खेड खिडौने मंगदा है, आपां कहने जायज़ है। अगर जवान मंगता है तो फिर आपां की सोचते हैं भी अजे जवान होया ही नहीं। अगर फिर बुढ़ा मंगण लग जाए फिर आपां की कहांगे, आपां तो नहीं कहांगे बुढ़ा होगी, बच्चा ही है ना। इवें ही धार्मिक जगत दे विच भी हो रहा है। जिहड़े लोग दुनियावी इच्छावां लैके जाते हैं वो प्रौढ़ नहीं होए, वो बचकाने हैं, वो ये पहले कदम ते ही खड़े हैं। वो मान मांगो तान मांगो धन लक्ष्मी सुख दे उत्थे ही खड़े हैं। मान मंग रहे हैं, तान मंग रहे हैं, धन मंग रहे हैं, वही मंग रहे हैं दुनियावी पदार्थ, वो किसी ढंग का भी हो। ਉਹਦੇ ਵਿੱਚ ਸਰੀਰਕ ਅਰੋਗਤਾ भी आ जाती है, ਉਹਦੇ ਵਿੱਚ नौकरी भी आ जाती है, विदेश ਨੂੰ जाना, ये सब कुछ। अगला कदम उन्होंने समझाया जाता है, धन दारा सुत लक्ष्मी पापी के पी होए। गुरु साहब जी कहते हैं भी धन इस्त्री पुत्र घर जायदाद ये तो पापी कोल भी होंदी है। अगर तुम ही उही रुचि रखदा है तो पापी ते तेरे च की फर्क है। अगर तुम ही धन पदार्थ दी रुचि रखदा है, बच्चियां दी रुचि रखदा है, परिवार दी रुचि रखदा है, घर की रुचि रखदा है कि मेरे को घर होवे, परिवार होवे, बच्चे हों, ते पापी कोल भी है। ते तेरे च ते आम पापी च की फर्क होया। धन दारा सुत लक्ष्मी पापी के भी होए, उहदे कोल भी है। बहुत मुश्किल है
ਇਹ ਸਾਰੀਆਂ ਕਾਮਨਾਵਾਂ ਨੂੰ ਛੱਡ ਕੇ ਅੱਗੇ ਵਧਣਾ। ਜੇ ਇਸ ਦ੍ਰਿਸ਼ਟੀ ਦੇ ਨਾਲ ਆਪਾਂ ਦੇਖੀਏ ਤੇ ਬਹੁਤ ਵਿਰਲੇ ਟਾਵੇਂ ਹੀ ਆਪਾਂ ਨੂੰ ਮਿਲਣਗੇ ਧਾਰਮਿਕ ਜਗਤ ਦੇ ਵਿੱਚ ਜਿਹੜੇ ਵਾਸਤਵਿਕ ਪ੍ਰੌੜ ਹੋ ਗਏ ਹਨ, ਅੱਗੇ ਵਧੇ ਹਨ। ਕੋਈ ਵਿਰਲਾ ਹੈ, ਨਹੀਂ ਤੇ ਸਾਰੇ ਇਸੇ ਪਹਿਲੀ ਪੰਕਤੀ ਤੇ ਰੁਕੇ ਹੋਏ। ਕਹਿੰਦੇ ਗੁਰੂ ਸਾਹਿਬ ਨੇ ਕਿਹਾ ਮੰਗੋ, ਤਾਣ ਮੰਗੋ, ਮਾਨ ਮੰਗੋ, ਧਨ ਲਛ, ਸਾਰਾ ਕੁਛ ਕਿਹਾ ਹੋਇਆ। ਅਸੀਂ ਨਾ ਮੰਗੀ, ਜੋ ਜੋ ਮੰਗੇ ਠਾकुर अपने ते सोई सोई दे, ਕਿਹਾ ਹੋਇਆ ਹੈ। ਆਪਾਂ ਵੀ ਬੱਚੇ ਨੂੰ ਕਹਿੰਦੇ ਬਾਜ਼ਾਰ ਦੇ ਵਿੱਚ ਲੈਣੀ ਕੋਈ ਚੀਜ਼ ਲੈ ਲਾ, ਖਰੀਦ ਲਾ। ਕਿਹੜੀ ਚੀਜ਼ ਚਾਹੀਦੀ ਤੈਨੂੰ, ਕਿਹੜਾ ਖਿਡੌਣਾ ਚਾਹੀਦਾ। ਇਵੇਂ ਹੀ ਮਹਾਂਪੁਰਸ਼ ਵੀ ਕਹਿੰਦੇ ਕਿਹੜਾ ਖਿਡੌਣਾ ਚਾਹੀਦਾ, ਚੱਲ ਲੈ ਲੈ ਤੂੰ, ਸਾਡੇ ਨਾਲ ਨਾਲ ਤੇ ਚੱਲ, ਕਮ ਸੇ ਕਮ ਅੱਗੇ ਚੱਲੇਗਾ ਫਿਰ ਖੇਡ ਖਿਡੌਣੇ ਤੇਰੇ ਛੁੱਟਣਗੇ। ਪਰ ਛੱਡਦਾ ਹੀ ਨਹੀਂ ਆਦਮੀ। ਸਹਿਜ ਹੀ ਸੰਸਾਰ ਦੇ ਵਿੱਚ ਪ੍ਰਵਿਰਤ ਹੁੰਦਾ ਹੈ। ਪਿੱਛੇ ਆਪਾਂ ਵਿਚਾਰ ਕੀਤੀ ਸੀ ਕਿ ਸੰਸਾਰ ਦੇ ਵਿੱਚ ਆਪਾਂ ਗਹਿਰੇ ਚਲੇ ਗਏ, ਅੱਗੇ ਚਲੇ ਗਏ ਤੇ ਵਾਪਸ ਮੁੜਨਾ ਬਹੁਤ ਕਠਿਨ ਹੋ ਜਾਂਦਾ ਹੈ। ਜਿੰਨੇ ਸੰਸਾਰ ਦੇ ਵਿੱਚ ਗਹਿਰੇ ਜਾਵਾਂਗੇ ਉਨੇ ਹੀ ਆਪਾਂ ਜ਼ਿਆਦਾ ਫਸਾਂਗੇ। ਜਿਵੇਂ ਚਿੱਕੜ ਦੇ ਵਿੱਚ ਹਾਥੀ ਫਸ ਗਿਆ, ਨਿਕਲ ਨਹੀਂ ਹੁੰਦੇ, ਇਵੇਂ ਹੀ ਆਪਾਂ ਫਸ ਜਾਂਦੇ ਹਾਂ ਵਿਚਾਲੇ ਜਾ ਕੇ। ਫਿਰ ਨਿਕਲਣਾ ਬਹੁਤ ਕਠਿਨ ਹੋ ਜਾਂਦਾ ਹੈ। ਤੇ ਆਪਾਂ ਜਾ ਰਹੇ ਹਾਂ ਸਹਿਜ ਸੁਭਾਅ। ਸੰਸਾਰ ਦੇ ਵਿੱਚ ਫਸਣ ਵਾਸਤੇ ਆਪਾਂ ਨੂੰ ਬਹੁਤੀ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਸਹਿਜ ਹੈ, ਮਨ ਪ੍ਰਵਿਰਤ ਹੁੰਦਾ ਹੈ। ਨਿਕਲਣ ਵਾਸਤੇ ਕੋਸ਼ਿਸ਼ ਕਰਨੀ ਪੈਂਦੀ। ਜਿਵੇਂ ਪਾਣੀ ਦਾ ਬਹਾਅ ਥੱਲੇ ਨੂੰ ਹੁੰਦਾ ਹੈ, ਥੱਲੇ ਨੂੰ ਲਿਜਾਣ ਵਾਸਤੇ ਪਾਣੀ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਪਰ ਵਾਪਸ ਉੱਪਰ ਨੂੰ ਲਿਜਾਣਾ ਹੋਵੇ ਕੋਸ਼ਿਸ਼। ਫਿਰ ਆਕਾਸ਼ ਦੇ ਵਿੱਚ ਉਡਾਉਣਾ ਹੋਵੇ ਪਾਣੀ ਨੂੰ, ਅੱਗ ਬਾਲੋ, ਗਰਮ ਕਰੋ ਤੇ ਆਕਾਸ਼ ਦੇ ਵਿੱਚ ਵੀ ਉੱਡ ਜਾਂਦਾ ਹੈ, ਪਰ ਉਹਦੇ ਵਾਸਤੇ ਹੀਟ ਚਾਹੀਦੀ ਹੈ। ਇਵੇਂ ਹੀ ਆਪਣੀ ਸੁਰਤ ਹੈ। ਤਪ, ਤਪ ਦਾ ਅਰਥ ਵੀ ਇਹ ਹੁੰਦਾ ਤਪਣਾ, ਤਪਸ਼ ਪੈਦਾ ਕਰਨੀ, ਗਰਮੀ, ਹੀਟ। ਦੇਖੋ ਜਲ ਦਾ ਸੁਭਾਅ ਥੱਲੇ ਨੂੰ ਜਾਣਾ ਹੈ, ਧਰਤੀ ਥੱਲੇ ਨੂੰ ਖਿੱਚਦੀ ਹੈ, ਪਰ ਭਾਪ ਆਪਾਂ ਦੇਖਦੇ ਹਾਂ ਆਕਾਸ਼ 'ਚ ਉੱਡ ਰਹੀ। ਉਹ ਹੀ ਪਾਣੀ ਗੁਣ ਧਰਮ ਹੀ ਬਦਲ ਜਾਂਦਾ ਹੈ। ਉਹੋ ਹੀ ਪਾਣੀ ਆਕਾਸ਼ ਦੇ ਵਿੱਚ ਉੱਡ ਰਿਹਾ ਹੈ। ਜਿਹਨੂੰ ਆਪਾਂ ਥੱਲੇ ਉੱਪਰ ਨੂੰ ਚੜਾਉਣਾ ਹੋਵੇ ਕਿੰਨੀ ਕੋਸ਼ਿਸ਼ ਕਰਨੀ ਪੈਂਦੀ। ਕੋਈ ਗ੍ਰੈਵਿਟੇਸ਼ਨ ਦਾ ਵੀ ਅਸਰ ਨਹੀਂ ਹੁੰਦਾ। ਕਿੰਨਾ ਪਾਣੀ ਬੱਦਲ ਦੇਖਦੇ ਹਾਂ ਆਪਾਂ ਆਕਾਸ਼ 'ਚ ਉੱਡਦੇ। ਇਵੇਂ ਹੀ ਆਪਣੀ ਸੂਰਤ ਹੈ, ਥੱਲੇ ਨੂੰ ਆਪਣੇ ਆਪ ਹੀ ਜਾਂਦੀ ਹੈ, ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਕੋਈ ਨਹੀਂ ਕਹਿੰਦਾ ਵੀ ਮੈਨੂੰ ਕਾਮਨਾ ਪੈਦਾ ਨਹੀਂ ਹੁੰਦੀ, ਕਾਮਨਾ ਪੈਦਾ ਕਰਨ ਵਾਸਤੇ ਕੀ ਕਰਾਂ, ਮੈਨੂੰ ਵਾਸ਼ਨਾ ਪੈਦਾ ਨਹੀਂ ਹੁੰਦੀ, ਉਹਦੇ ਵਾਸਤੇ ਕੀ ਕਰਾਂ। ਹਾਂ, ਵਾਸ਼ਨਾ ਪੂਰੀ ਕਰਨ ਦੀਆਂ ਵਾਲੀਆਂ ਇੰਦਰੀਆਂ ਖਰਾਬ ਹੋ ਸਕਦੀਆਂ ਹਨ, ਸਰੀਰ ਕੋਈ ਨੁਕਸ ਹੋ ਸਕਦਾ, ਬਿਮਾਰ ਹੋ ਸਕਦਾ, ਪਰ ਵਾਸ਼ਨਾ ਪੈਦਾ ਕਰਨ ਵਾਸਤੇ ਕੀ ਕਰਾਂ, ਐਸਾ ਕੋਈ ਸਵਾਲ ਨਹੀਂ। ਇੱਛਾਵਾਂ
अपने आप ही पैदा हो रही, लोभ मोह अपने आप ही पैदा हो रहा। कोई नहीं पुछदा तैनूं लोभ नहीं पैदा हो रहा, दसो मैं की करा। ये इवें ही है जिवें आपां फसल बीजते हैं, नदीन मारन वास्ते घाह फूस मारन वास्ते दवाइयां पाउणियां पैंदियां, वो अपने आप ही जमदा है। कणक बीजते हैं जिमींदार, हर साल ही दवाइयां पाउणियां पैंदियां, स्प्रेयां करनियां पैंदियां। घाह फूस आपे ही हो रहा, पट्टना पैंदा, ਉਹਨੂੰ कुछ भी करन दी नहीं लोड़ है। तो संसार दे विच मन अपने आप ही जांदा है, वासनावां आपे ही पैदा हो रही, कामनावां आपे, संसार दा सुभाव है। जिवें जिवें बच्चा जवान हुंदा अपने आप ही संसार दे विच प्रवृत्त हुंदा है, इच्छावां पैदा हो रही, कामनावां पैदा हो रही, उत्तेजना पैदा हो रही। जिवें जिवें प्रौढ़ हुंदा है तिवें तिवें सब कुछ सहज सुभाए हो गया। सुरत थल्ले नूं आपे ही जांदी है, अपने आप ही सहज सुभाए। उपर नूं लिजाण वास्ते कोशिश करनी पैंदी। इसे करके हिंदुआं ने अपने तीर्थ स्थान नदियां दे किनारिਆਂ ते बनाए, प्रतीक वस, कि सानू ख्याल विच रह सके कि नदी थल्ले नूं जा रही है, अपने आप ही सुभाविक ही। पारसी होए हन एक, वो अग की पूजा करते हैं, उन्हां दे मंदिरां दे विच जोतां ही जगदियां हुंदियां। सनातन धर्मी भी ऐसे हैं, जोत की पूजा करते, अग की पूजा करते। बहुत पुरातन है अग की पूजा, वो भी एक प्रतीक है। आपां दीवा जगाईए हमेशा ही ओदी ज्योति उपर नूं जाऊगी, पुठा कर दो दीवा तां भी उपर नूं जांदी, ज्योति थल्ले नूं नहीं जांदी, उपर नूं ही जांदी। वो भी एक प्रतीक है। गुरु घरां दे विच जोत जगाउणी एक प्रतीक है समझण दा, भी हर चीज नूं धरती थल्ले नूं खिचदी है, पर जोत नूं थल्ले नूं नहीं खिचदी। जोत उपर नूं जांदी, अग उपर नूं जांदी, थल्ले नूं नहीं जांदी। फिर अग आप ते उपर नूं जांदी, अग दे संपर्क दे विच जिहड़ा भी आ गया, पानी आ जावे उन्होंने भी उपर नूं भेज दिंदी। जिहड़ा भी अग दे संपर्क च आ जावे, लोहा आ जावे अग दे संपर्क, बहुत ज्यादा हीट दे दईए आपां लोहे नूं, भी भाप बन के उपर नूं उडू। अग दा सुभाअ ही ऐसा, हर चीज नूं उड़ा दिंदी है उपर। पानी जिहड़ा है वो भी अग दा करके, जिहड़े बदल उपर आपां देखदे हैं ना बनदे हैं, वो भी सूरज की गर्मी करके, तपश करके। इसे करके गर्मियों दे विच बारिश ज्यादा हुंदी, सूरज की गर्मी करके हवा बहुत ज्यादा गर्म हो जाती है, वो उपर नूं उठदी, ओहदा करके सागर का पानी उपर नूं उठदा ते बदल बनदा, पर है गर्मी, हीट। ते अग दा सुभाअ है उपर नूं उठना, ते जिहड़ी भी चीज अग दा संग कर लैंदी है, अग दे नाल मिल जाती है, वो भी उपर नूं जाती। इस करके अग की पूजा की जाती सदियों तो। जोत जगा के जोत का ध्यान किया जाता है, भी जिवें ज्योति उपर नूं जा रही है इवें। तो गुरबाणी च वैसे बहुत प्रमाण, ज्योति दे दीवे दे, भी जोत स्वरूप हो तुसीं,
आत्मा नूं भी अपने अंदर जिहड़ी है आत्मा उन्हों भी प्रतीक बस जोत स्वरूप ही किया है। सब में जोत जोत है सोए तिस दे चानण सब में चानण। सनातन धर्म दे विच उपनिषदां दे विच भी ऐसा है भी आत्मा जगदी हुई जोत है, जिवें दीवे की जोत जगदी है। ऐसा ख्याल, ऐसा प्रतीक। धरती हर चीज नूं ही थल्ले नूं खिंचदी है। ग्रेविटेशन खिंच थल्ले नूं है। पहला तो नहीं सी पता, पर हुण ते बच्चे बच्चे नूं पता है। विग्यानिक पुलाड़ दे विच उपर जांदे हन स्पेस, धरती की खिच तो उपर जाके उन्हां दा वजन घट जांदा है, कोई वजन नहीं रहिंदा। जिवें जिवें धरती की खिच जाउंदे वजन वधदा जांदा। ते अपने शरीर नूं भी धरती खिचदी है थल्ले नूं। ते स्थूल जिहड़े अपने विचार हन, स्थूल अपना सुभाव है, वो भी अपना इसी करके खिंचा जाता है थल्ले। विचार भी अपने बहुते सूक्ष्म नहीं हैं, स्थूल ही हैं। इस करके आपां धरती ते ही, धरती दी ही विचार, पदार्थां दे विचार, सुरत उपर नहीं उठती। ते सहज सुभाव ही आपां संसार दे विच बिरबिरत हो रहे। निकलण दी लख कोशिश करिए तां भी नहीं निकल पा रहे। अपने आप ही ते आपां नूं बहुत कोशिश करनी पवेगी अगर संसार चों निकलना है तां। ਉਹਨੂੰ ही तप कहा जाता है। तपना अग की तरह, अग का संग करना। ऐसी तपश पैदा करनी है कि सुरत अपने ऊपर न उठे, थले नहीं। ऐसा नहीं भी अग बाल के ਉਹਦੇ ਉੱਤੇ बैठ जाना है, नहीं। भाव है कि अंदर सुरती नूं जोड़ के जदों आपां साधना करते हैं तो जिहड़ियां अपनी सुरत पुरानी फसी हुई संसार दे विच उहदा विरोध हुंदा है। जिहड़ा विरोध हुंदा है उहदे तों तपश पैदा हुंदी है। जिवें आपां किसी चीज़ नूं रगड़ीए ते गर्मी पैदा हुंदी, दोवें हत्थां नूं रगड़ीए ते गर्म हो जांदे हैं। बिजली की खोज भी इउं ही हुई है। रगड़ तो बिजली पैदा हुई। दो धातुआं नूं आपस दे विच रगड़िया ते रगड़ तो बिजली पैदा हुई। बहुत वड्डा विकास होया। विग्यानिक कहिंदे हन कि बिजली पैदा होने तो बाद युग बदल गया। वो आदमी नहीं रहा जो बिजली तो पहला। ऐसी क्रांति बिजली ने लिया दी संसार दे विच। अजोके समय च इन्ने पदार्थ, इन्ना कुछ हो गया कहते बिजली का करके। बिजली बहुत वड्डी आदमी की खोज है, उपलब्धि है। तो पैदा किवें हुई? रगड़ तो मौजूद तो सी सदा तो। बिजली तो आपां देखते हैं आकाश दे विच लिशकदी, पर पता नहीं सी पैदा करना किवें पैदा करनी। एक फार्मूला हाथ विच आ गई। रगड़ तो तपश पैदा हुंदी, गर्मी पैदा हुंदी। पुराने समयां दे विच ਲੱਕੜ ਨੂੰ ਲੱਕੜ ਦੇ ਨਾਲ ਰਗੜਦੇ ਸਨ ਤੇ ਅੱਗ ਪੈਦਾ ਹੋ ਜਾਂਦੀ ਸੀ। ਲੱਕੜ ਨੂੰ ਲੱਕੜ ਦੇ ਨਾਲ ਰਗੜੀ ਜਾਓ,
बहुत ज़्यादा गर्म हो के ते अग पैदा हो जाए। जिवें बांस है, बांस नूं बांस दे नाल रगड़ी जा, काफ़ी समा रगड़ना पवेगा, सुक्का बांस हो ते अग पैदा हो जाती। पुराने समय च इवें ही अग पैदा करदे, जां पत्थर ते पत्थर नूं रगड़दे, हीट पैदा हो जाती। उवें ही अपने अंदर भी हीट पैदा हो जाती रगड़ द्वारा, संघर्ष द्वारा। उहनूं कहंदे हन तप। तपस्या करनी, तपस्या करदियां करदियां सुरत जिहड़ी उपर उठदी। उदां नहीं उठनी। आपां कह लईए भी आपां बस कुछ ना करिए तो संसार दे विच जरूर फसनी है। कुछ भी ना करिए आपां ते अपने आप ही संसार दे विच आपां प्रवृत्त होना है। रात दिन हो ही रहे ते बहुत सारी कोशिश करिए जगियासा द्वारा, तां आपां संसार ते सुरत जिहड़ी फसदी है उस तों बच सकदे। ते बहुत सारा तप करिए, तपस्या करी, जप करी, तां अपनी सुरत जिहड़ी संसार तो उपर उठदी। अपने आप नहीं उठनी। जे अपने आप ही उठदी हुंदी तो सारिਆਂ ਦੀ उठ जानी, पशु पंछियां ਦੀ उठ जानी। वो तो अपने नालों घट ही फसे हैं। फिर तो आम जिहड़े हन मूल लोग उन्हां दी उठ सकदी नहीं, ऐसा नहीं होना। फासन की विद सब को जाने, छूटन की एक को। फसन दीयां विधियां सारे ही जानदे। छुटना बहुत औखा है संसार च, फसना बहुत सखाला है। अपने आप ही फसते हैं। फिर आम ख्याल यह हुंदा है, जवान है तो सोचता है ये मैं किहड़ा फस चली, मैं तो निकल सकता, फिर थोड़ा जिहा होर उम्र होगी फिर मैं कोशिश करूँगा, हाले नहीं। पर जिवें जिवें उम्र वधदी है तिवें संसार का मोह जिहड़ा ज़्यादा, होर सुरत ज़्यादा फस जाती, होर गहरे चले जाते हैं। पुरुष नालों इस्त्री दे फसन दे संसार दे विच चांस ज़्यादा हुंदे। इस्त्री मोह ममता दे करके ज़्यादा, इसे करके इस्त्रियां संसार तो मुक्त नहीं हो पाउंदी। बहुत विरलियां टामियां होईयां हन जिन्हां ने संसार नूं त्यागिया होवे, मोह ममता दा त्याग कीता होवे। नहीं तो नहीं हुंदा। घर रह के इस्त्री दा मोह ममता तो त्याग होना असंभव है। इसे करके चंद कई इस्त्रियां ऐसियां होईयां हन जिवें मीरा है, राबिया है, होर ऐसियां इस्त्रियां हैं जिन्हां ने घर बार छड्ड के साधना कीती। ते इस्त्री नूं बहुत ज़्यादा कठिन है मोह ममता चों निकलना, पर घर रह के वो तो हो ही नहीं सकता। ये कह दे मैं मोह ममता तो रहत हो जूं, नहीं। पुरुष वास्ते औखा है, पर फिर भी पुरुष कर सकता है कोशिश। स्त्री वास्ते तो बहुत ज़्यादा कठिन हो जाता। आपां नूं नहीं पता लगता है, पर बहुत ज़्यादा कठिन है मोह ममता तो रहत होना। जिवें जिवें उम्र वधदी है अपनी तिवें तिवें ज़्यादा। अजे छोटे बच्चे हैं बहुत छेती फ्री हो सकते हैं, जवान हैं अजे ज़्यादियां उलझना नहीं हैं, वो भी बहुत छेती मुक्त हो जाते। मौत बुजुर्ग तो हो ही नहीं सकते। तो संसार दे विच ते आपां सहज सुभाअ ही फस रहे हैं, कुछ करिए कि ना करिए। निकलने की कोशिश ये करते रहांगे, हथ पैर मारते रहांगे, तो हो सकता आपां उथले उथले रहिए, किसी भी टाइम बाहर आ सकते। एक सनातन धर्म की मर्यादा सी आश्रमां दी,
ब्रह्मचर्य, गृहस्थ, वानप्रस्थ ते संन्यास। एक वानप्रस्थ आश्रम है जिहड़ा गृहस्थ तो बाद ਉਹਦਾ ਭਾਵ ਇਹ ਹੁੰਦਾ ਵੀ ਘਰ ਦੇ ਵਿੱਚੋਂ ਨਿਕਲਣ ਦੀ ਚੇਸ਼ਟਾ ਹਰ ਵਕਤ ਕਰਦੇ ਰਹਿਣਾ, ਉਹਨੂੰ ਕਹਿੰਦੇ ਹਨ ਵਾਨਪ੍ਰਸਥ। ਜੰਗਲ ਨੂੰ ਜਾਣ ਦੀ ਕੋਸ਼ਿਸ਼ ਕਰਦੇ ਰਹਿਣਾ, ਹਰ ਵਕਤ ਹੀ ਖਿਆਲ ਰਹਿਣਾ, ਮੋਹ ਮਮਤੇ ਦਾ ਤਿਆਗ। ਤੇ ਤਾਂ ਆਦਮੀ 15-20 ਸਾਲ ਬਾਅਦ ਘਰ ਨੂੰ ਛੱਡ ਕੇ ਤੇ ਸੰਨਿਆਸੀ ਹੁੰਦਾ ਸੀ। ਐਸਾ ਖਿਆਲ ਸੀ। 20-25 ਸਾਲ ਵਾਨਪ੍ਰਸਥ ਹੀ ਰਹਿੰਦਾ ਸੀ, ਕੋਸ਼ਿਸ਼ ਕਰਦਾ ਰਹਿੰਦਾ ਛੱਡਣ ਦੀ। ਇੰਨੇ ਸਮੇਂ ਦੇ ਵਿੱਚ ਕੋਸ਼ਿਸ਼ ਕਰਕੇ ਤੇ ਫਿਰ ਬਾਹਰ ਆਉਂ, ਫਿਰ ਸੰਨਿਆਸੀ ਹੋ ਜਾਂਦਾ। ਤੇ ਨਿਕਲਣ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕਰਨੀ ਪਵੇਗੀ। ਸੰਸਾਰ 'ਚ ਫਸਣ ਦੀ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਉੱਪਰ ਨੂੰ ਉੱਠਣ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕਰਨੀ ਪਵੇਗੀ। ਉਹਨੂੰ ਹੀ ਸਾਧਨਾ ਕਹਿੰਦੇ ਹਨ। ਤੇ ਸੰਸਾਰ ਤੋਂ ਫਸੀ ਹੋਈ ਸੁਰਤ ਨੂੰ ਉੱਪਰ ਚੱਕਣਾ, ਉੱਪਰ ਉਠਾਉਣਾ। ਸੁਰਤ ਸ਼ਬਦ ਭਵ ਸਾਗਰ ਤਰੀ। ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉੱਪਰ ਚੱਕਣਾ। ਇਸ ਮੋਹ ਮਮਤਾ ਦਾ ਤਿਆਗ ਕਰਨਾ, ਇਸ ਸੰਸਾਰ ਦੇ ਵਿਚਾਰਾਂ ਤੋਂ ਮੁਕਤ ਹੋਣਾ, ਇਹੋ ਹੀ ਸਾਧਨਾ ਹੈ। ਕਿਉਂਕਿ ਆਪਣਾ ਜਿਹੜਾ ਸਰੀਰ ਹੈ ਉਹ ਧਰਤੀ ਦਾ ਬਣਿਆ ਹੋਇਆ, ਮਿੱਟੀ ਦਾ ਸਰੀਰ। ਇਸ ਕਰਕੇ ਕਹਿ ਦਿੰਦੇ ਹਾਂ ਮਾਟੀ ਕੋ ਪੁੱਤਰ। ਮਿੱਟੀ ਦਾ ਭਾਵ ਕਿ ਮਿੱਟੀ ਦਾ ਹੀ ਹੈ ਸਰੀਰ। ਜੋ ਵੀ ਆਪਾਂ ਪਦਾਰਥ ਖਾਂਦੇ ਹਾਂ, ਫਲ, ਸਬਜ਼ੀਆਂ, ਕਣਕ, ਜੋ ਵੀ ਖਾ ਰਹੇ ਹਾਂ ਮਿੱਟੀ ਤੋਂ ਪੈਦਾ ਹੋ ਰਹੇ, ਉਹਨਾਂ ਦਾ ਹੀ ਆਪਣਾ ਸਰੀਰ ਬਣਦਾ ਹੈ। ਇਸ ਕਰਕੇ ਮਿੱਟੀ ਦਾ ਸਰੀਰ ਤੇ ਮਿੱਟੀ 'ਚ ਹੀ ਰਲ ਜਾਂਦਾ। ਪਰ ਸਰੀਰ ਦੇ ਅੰਦਰ ਕੁਛ ਐਸਾ ਵੀ ਹੈ ਜਿਹੜਾ ਮਿੱਟੀ ਦਾ ਨਹੀਂ ਹੈ। ਸਰੀਰ ਦੇ ਵਿੱਚ ਕੁਛ ਐਸਾ ਵੀ ਹੈ ਜਿਹੜਾ ਮਿੱਟੀ ਦਾ ਨਹੀਂ ਹੈ। ਸਰੀਰ ਤੇ ਮਿੱਟੀ ਦਾ ਮਿੱਟੀ 'ਚ ਹੀ ਰਲ ਜਾਣਾ, ਉਹ ਮਿੱਟੀ ਹੀ ਹੈ। ਜਿਵੇਂ ਆਪਾਂ ਦੀਵਾ ਜਗਾਉਂਦੇ ਹਨ, ਦੀਵਾ ਕਹਿ ਲਈਏ ਮਿੱਟੀ ਦਾ ਹੈ, ਤੇਲ ਵੀ ਮਿੱਟੀ ਦਾ ਹੈ, ਜੋਤੀ ਵੀ ਮਿੱਟੀ ਦੀ। ਪਰ ਉੱਤੇ ਜਿਹੜੀ ਜੋਤ ਜਗ ਰਹੀ, ਵੱਟੀ ਵੀ ਮਿੱਟੀ ਦੀ ਹੈ, ਪਰ ਜੋਤ ਤੇ ਮਿੱਟੀ ਦੀ ਨਹੀਂ ਹੈ। ਜੋਤ ਤੇ ਉੱਪਰ ਨੂੰ ਜਾ ਰਹੀ, ਸੂਖਸ਼ਮ ਫੜ ਵੀ ਨਹੀਂ ਹੁੰਦੀ। ਇਵੇਂ ਹੀ ਆਪਣੇ ਅੰਦਰ ਪਦਾਰਥ ਤੋਂ ਵੀ ਬਣਿਆ ਹੋਇਆ ਹੈ ਆਪਣਾ ਸਰੀਰ, ਪਰ ਪਰਮਾਤਮਾ ਤੋਂ ਬਣੀ ਹੋਈ ਹੈ ਆਪਣੀ ਜੋਤੀ, ਚੇਤਨਾ। ਦੋਵਾਂ ਦੇ ਸੁਮੇਲ ਦੇ ਨਾਲ ਹੀ ਇਹ ਗੱਡੀ ਚੱਲਦੀ। ਜੇ ਚੇਤਨਾ ਨਾ ਹੋਵੇ ਸਰੀਰ ਨੇ ਨਹੀਂ ਚੱਲਣਾ ਹੈ, ਪਰ ਸਰੀਰ ਨਾ ਹੋਵੇ ਤੇ ਚੇਤਨਾ ਦਿਖਦੀ ਨਹੀਂ, ਕੁਛ ਕਰ ਨਹੀਂ ਸਕਦੀ। ਆਪਣੇ ਆਪ ਵਿੱਚ ਚੇਤਨਾ ਕੁਝ ਵੀ ਨਹੀਂ ਕਰ ਸਕਦੀ ਇਕੱਲੇ। ਇਸੇ ਕਰਕੇ ਤੇ ਹਜ਼ਾਰਾਂ ਹੀ ਚੇਤਨਾਵਾਂ ਹਨ ਬ੍ਰਹਿਮੰਡ ਦੇ ਵਿੱਚ। ਕਿੰਨੇ ਲੋਕ ਮਰਦੇ ਪਤਾ ਵੀ ਨਹੀਂ ਲੱਗਦਾ ਉਹਨਾਂ ਨੂੰ। ਇੱਥੇ ਘੁੰਮਦੇ ਹੋਣ ਭਾਵੇਂ, ਆਪਾਂ ਨੂੰ ਕਿਹੜੇ ਦੇਖਦੇ ਆ। ਕੁਛ ਕਰ ਨਹੀਂ ਸਕਦੇ, ਆਪਾਂ ਕੁਝ ਕਰ ਸਕਦੇ। ਚੇਤਨਾ ਹੋਈ ਆਪਣੇ ਆਪ ਦੇ ਵਿੱਚ, ਚੇਤਨਾ ਸੂਖਸ਼ਮ ਹੈ। ਉਹਨੂੰ ਸਥੂਲ ਦਾ ਸਹਾਰਾ ਲੈ ਕੇ ਕੁਝ ਕਰਨਾ ਪੈਂਦਾ। ਸਰੀਰ ਸਥੂਲ ਹੈ, ਉਹਦਾ ਸਹਾਰਾ ਲੈਂਦੀ ਹੈ ਚੇਤਨਾ, ਤਾਂ ਕੁਛ ਹੁੰਦਾ, ਉਹਦਾ ਨਹੀਂ ਹੁੰਦਾ। ਤੇ
अपनी चेतना जिहड़ी वो शरीर दे नाल जुड़ गई। शरीर संसार है ते हर वक्त ही आपां शरीर दे पक्ष दे विच सोचदे रहने। शरीर दे सुख, शरीर दीयां इच्छावां, शरीर दीयां कामनावां, शरीर दे ही सारे संबंध हैं। बच्चे, परिवार, शरीर वास्ते आपां घर बनाया है, शरीर दीयां सुख सुविधावां हैं। इस करके चेतना जिहड़ी सूक्ष्म है अपने अंदर, जिहदा आकाश दा गुण धर्म है, जिहड़ी निर्गुण है वो सरगुण दे नाल जुड़ी हुई, वो शरीर दे नाल जुड़ी हुई, वो मिट्टी दे नाल जुड़ गई। उन्होंने वख करना है। आकाश दा तत्त आकाश च मिल जावे, मिट्टी दा मिट्टी च मिल जाए। जो ज्योति संग जोत समान, सूरज किरण मिले जल का जल हुआरा। ज्योति जोत मिले संपूर्ण थी यारा। जिहड़ी जोत है वो आकाश दे विच मिल जावे, ज्योति दे विच। जिथों आई है उत्थे चले जावे। शरीर मिट्टी दे विच मिल जाए, पर ऐसा हुण नहीं ना हुंदा। आम अपनी सुरत मिट्टी दे विच फसी हो रहिंदी है, शरीर दे नाल जुड़ी रहिंदी। इस करके आपां वार-वार धरती ते आउंदे, मोह माया दे करके। उस शरीर दी सुख भोगण दी आकांक्षा करके, वासना करके, कामना करके वार-वार आपां नूं इत्थे ही दुख सुख भोगणे पैंदे हैं कि सुरत शरीर तो छुट नहीं रही, जुदा नहीं हो रही है। आपां जुदा ही सा, उलझ गई, फस गई। तो शरीर नालों सुरत नूं जुदा करना है, कह लीए जां संसार नालों जुदा करना है, उन्होंने कहते हैं मोह ममता दा त्याग। घर दा त्याग, परिवार दा त्याग, उहदा भाव हुंदा है कि शरीर नालों मोह दा त्याग। तो पहले तो आपां बाहरों त्यागांगे, फिर शरीर नालों त्याग होना। उन्हों ही वैराग कहंदे हैं, उन्हों ही बिरहा कहंदे हैं। बिरहा बिरहा किए बिरहा तू सुल्तान, जित तन बिरहा ना उपजै सो तन जान मसान। जिन्हों कहंदे वैराग पैदा नहीं होए, भाव के संसार तो छुट्टण की आकांक्षा पैदा नहीं हुई, मोह ममता दे त्याग की आकांक्षा पैदा नहीं हुई। जदों संसार व्यर्थ नहीं लग रहा, वो तो कहंदे मसाणा वर्गे। जिन्हों ये ख्याल आउण लग गया है कि संसार बिल्कुल दुख दा घर है, फसे होए, तो पहला शरीर तो बाहर जिहदे नाल अपना शरीर जुड़िया है उन्हां दा त्याग हो अंदरों, फिर बाद दे विच शरीर दा त्याग होना, फिर आपां मुक्त होना। ये जींदे जी भी हो सकता। इसे करके जनक दा प्रमाण दिंदे हन भाई गुरदास, कहंदे भगत वड्डा राजा जनक है, गुरमुख माया विच उदास। बदेह मुक्त हो गया, कहंदे देही दे विच रहिंदियां होया ही देह तो मुक्त हो गई। भाव की लेस मात्र अटैचमेंट, मोह वासना ना रहे। तो जिन्ने आपां बाहर मोह ममता का फैलाव करते, मेरा घर मेरा परिवार, वो शरीर का ही फैलाव हुंदा है। फिर जिन्ना फैलाव ज्यादा हुंदा है, अपना शरीर का ही फैलाव हुंदा। तो ये छड्डना है ना, तो पहला बाहरों छुटना है, फिर शरीर बाद दे विच आउंदा है। ऐसा नहीं है पहला आप शरीर नूं कह देंगे मोह ममता का त्याग शरीर तो हो, शरीर तो नहीं होना, पहला बाहरों होना फिर शरीर होना। छड्डना तो आपां शरीर भी पैना, शरीर दे नाल ही आपां जुड़े होए, पर बाहरों पहला त्याग होवेगा, फिर धीरे 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 शरीर वाल आउंदा।
ਤੇ ਐਸਾ ਨਹੀਂ ਵੀ ਘਰ ਬਾਰ ਛੱਡ ਕੇ ਆਪਾਂ ਤਿਆਗ ਕਰ ਸਕਦੇ ਹਾਂ, ਰਹਿੰਦਿਆਂ ਵੀ ਕਰ ਸਕਦੇ ਹਾਂ। ਹੈ ਕਠਿਨ, ਤਪ ਤੇ ਕਰਨਾ ਪਵੇਗਾ ਆਪਾਂ ਨੂੰ, ਤਪੱਸਿਆ ਤੇ 8 ਪਹਿਰ ਕਰਨੀ ਪਵੇਗੀ। ਤਪੱਸਿਆ ਦਾ ਭਾਵ ਇਹ ਹੈ ਵੀ 8 ਪਹਿਰ ਚਿੰਤਨ ਖਿਆਲ ਰੱਖਣਾ ਪਵੇਗਾ ਕਿ ਆਪਾਂ ਫਸਦੇ ਨਹੀਂ ਰਹੇ ਹਾਂ ਮੋਹ ਮਾਇਆ ਦੇ ਜਾਲ ਦੇ ਵਿੱਚ। ਨਿਕਲਣ ਦੀ ਚੇਸ਼ਟਾ ਕਰਦੇ ਰਹੀਏ, ਹੱਥ ਪੈਰ ਮਾਰਦੇ ਰਹੀਏ ਵੀ ਨਿਕਲਣਾ ਹੀ ਹੈ। ਇਹ ਖਿਆਲ ਬਣਿਆ ਹੀ ਰਵੇ 8 ਪਹਿਰ ਵੀ ਕੁਛ ਨਹੀਂ ਮੇਰਾ, ਸਭ ਕੁਛ ਕੂੜ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੋਈ ਵੀ ਮੇਰਾ ਨਹੀਂ, ਸਭ ਮਿਥਿਆ ਹੈ, ਝੂਠ। ਇਸੇ ਕਰਕੇ ਗੁਰਬਾਣੀ 'ਚ ਵਾਰ-ਵਾਰ ਉਪਦੇਸ਼ ਕੀਤਾ ਗਿਆ। ਤੇ ਫਿਰ ਮਿਥਿਆ ਤੇ ਝੂਠ ਤੇ ਕੂੜ ਨੂੰ ਮੰਗਣ ਦੀ ਵੀ ਚੇਸ਼ਟਾ ਨਹੀਂ ਰਹਿੰਦੀ। ਫਿਰ ਆਪਾਂ ਜਿਹੜੇ ਜੇ ਮੰਗ ਰਹੇ ਹਨ ਉਹਨਾਂ ਵਾਸਤੇ ਸੱਤ ਹੈ ਕੂੜ। ਜਿਹੜੇ ਮੰਗ ਰਹੇ ਹਨ ਸੰਸਾਰ ਦੀਆਂ ਵਸਤੂਆਂ, ਉਹਨਾਂ ਵਾਸਤੇ ਸੰਸਾਰ ਸੱਤ ਹੈ, ਉਹ ਬਚਕਾਨੇ। ਜਿਨ੍ਹਾਂ ਨੂੰ ਖਿਆਲ ਵਿੱਚ ਆ ਗਈਆਂ ਇਹ ਚੀਜ਼ਾਂ, ਸਾਰਾ ਕੁਝ ਸੰਸਾਰ, ਉਹ ਤਾਂ ਛੱਡਣ ਦੀ ਆਕਾਂਸ਼ਾ ਕਰਦੇ ਹਨ, ਮੰਗਦੇ ਥੋੜ੍ਹੀ। ਉਹ ਕਹਿੰਦੇ ਹਨ ਛੁੱਟੇ ਕਿਸੇ ਢੰਗ ਦੇ ਨਾਲ ਛੱਡੀ ਜੰਜਾਲ ਨੂੰ, ਮੋਹ ਮਾਇਆ ਨੂੰ, ਮਮਤਾ ਨੂੰ, ਫਰੀ ਹੋਏ, ਮੁਕਤ ਹੋਏ। ਜਿਵੇਂ ਆਕਾਸ਼ ਦੇ ਵਿੱਚ ਪੰਛੀ ਉਡਾਰੀਆਂ ਮਾਰਦਾ ਹੈ, ਇਵੇਂ ਮੁਕਤ ਆਕਾਸ਼ ਦੇ ਵਿੱਚ ਉਡਾਰੀਆਂ ਮਾਰੀ, ਵਿਰਾਟ ਆਕਾਸ਼ ਦੇ ਵਿੱਚ, ਅਨੰਤ ਆਕਾਸ਼ ਦੇ ਵਿੱਚ ਉਡਾਰੀਆਂ ਮਾਰੀ। ਛੱਡੀਏ ਸਾਰਾ ਕੁਝ, ਕਿੱਡਾ ਵੱਡਾ ਆਕਾਸ਼ ਹੈ। ਪਰ ਪਹਿਲੇ ਪਹਿਲ ਤੇ ਬਹੁਤ ਡਰ ਲੱਗਦਾ ਹੈ ਸੰਸਾਰ ਨੂੰ ਛੱਡਣਾ, ਬਹੁਤ ਕਠਿਨ ਹੈ ਮੋਹ ਮਾਇਆ ਨੂੰ ਛੱਡਣਾ। ਪਰ ਆਕਾਸ਼ ਦੇ ਉਡਾਰੀਆਂ ਦਾ ਵੀ ਸੁੱਖ ਦਾ ਨਹੀਂ ਨਾ ਆਪਾਂ ਨੂੰ ਪਤਾ। ਜਿਹੜੇ ਗੁਰਮੁਖ ਪਿਆਰੇ ਉਡਾਰੀਆਂ ਮਾਰਦੇ ਹਨ ਉਹਨਾਂ ਦੇ ਸੁੱਖ ਦਾ ਨਹੀਂ ਆਪਾਂ ਨੂੰ ਪਤਾ, ਆਪਾਂ ਨੂੰ ਸੰਸਾਰ ਦਾ ਪਤਾ। ਆਪਾਂ ਇਉਂ ਸਮਝੀਏ ਜਿਵੇਂ ਪੰਛੀ ਆਪਣੇ ਆਂਡਿਆਂ ਦੇ ਵਿੱਚੋਂ ਬੱਚੇ ਕੱਢਦਾ ਹੈ, ਪਹਿਲੇ ਪਹਿਲ ਬੱਚੇ ਡਰਦੇ ਹਨ, ਆਲਣੇ ਨੂੰ ਛੱਡਦੇ ਨਹੀਂ। ਇੱਲ ਕਹਿੰਦੇ ਹਨ ਵੀ ਆਪਣੇ ਆਲਣੇ ਨੂੰ ਤੋੜ ਦਿੰਦੀ ਬੱਚਿਆਂ ਨੂੰ ਉਡਾਉਣ ਦੀ ਖਾਤਰ। ਬੱਚੇ ਆਲਣੇ ਨੂੰ ਫੜ ਕੇ ਰੱਖਦੇ, ਉੱਡਦੇ ਹੀ ਨਹੀਂ। ਮਾਂ ਨੂੰ ਵੀ ਦੇਖਦੇ ਹਨ ਉੱਡਦੀ ਹੋਈ, ਪੇ ਨੂੰ ਵੀ ਉੱਡਦੇ ਹੋਏ ਦੇਖਦੇ ਹਨ, ਪਰ ਫਿਰ ਵੀ ਹਿੰਮਤ ਨਹੀਂ। ਅਗਰ ਅਸੀਂ ਇਹ ਟਾਹਣੀ ਨੂੰ ਛੱਡ ਦਿੱਤਾ, ਆਲਣੇ ਨੂੰ ਛੱਡ ਦਿੱਤਾ, ਥੱਲੇ ਨਾ ਡਿੱਗ ਪਈ, ਮਰ ਨਾ ਜਾਈ। ਕਹਿੰਦੇ ਫਿਰ ਇੱਲ ਕੀ ਕਰਦੀ ਹੈ, ਉਹ ਡੱਕੇ ਇਕੱਲੇ ਇਕੱਲੇ ਜਿਹੜੇ ਚਿਣ ਰੱਖੇ ਸਨ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਥੱਲੇ ਸੁੱਟਦੀ, ਸਾਰੇ ਆਲਣੇ ਨੂੰ ਤੋੜ ਦਿੰਦੀ। ਬੱਚਾ ਟਾਹਣੀ ਤੇ ਬੈਠ ਜਾਂਦਾ, ਫਿਰ ਉਹਨੂੰ ਠੂੰਗੇ ਮਾਰਦੀ ਚੁੰਝ ਦੇ ਨਾਲ ਵੀ ਉੱਡ, ਆ ਵੇਖ ਮੈਂ ਉੱਡਦੀ ਹਾਂ, ਤੂੰ ਵੀ ਉੱਡ ਸਕਦਾ। ਪਹਿਲੇ ਪਹਿਲ ਤੇ ਉੱਡਣਾ ਬਹੁਤ ਔਖਾ ਹੈ, ਬਹੁਤ ਹਿੰਮਤ ਜਟਾਉਣੀ ਪਵੇ। ਪਤਾ ਨਹੀਂ ਖੰਭ ਵੱਜਣੇ ਹੈ ਕਿ ਨਹੀਂ ਵੱਜਣੇ, ਉੱਡਣਾ ਕਿ ਨਹੀਂ ਉੱਡਣਾ, ਡਰ ਲੱਗਦਾ ਹੈ। ਪੈ ਪੀ ਤੇ ਜਿਵੇਂ ਛੋਟਾ ਬੱਚਾ ਪਹਿਲੇ ਪਹਿਲੇ ਤੁਰਨਾ ਸ਼ੁਰੂ ਕਰਦਾ ਹੈ, ਬੜਾ ਡਰ ਲੱਗਦਾ ਡਿੱਗ ਨਾ ਪਾਵੇ। ਪਰ ਬੱਚਾ ਤੇ ਉੱਥੇ ਡਿੱਗੂਗਾ। ਪੰਛੀ ਦੇ ਬੱਚੇ ਨੇ ਤੇ ਪਤਾ ਨਹੀਂ ਕਿੱਡੀ ਦੂਰ, ਉੱਤੋਂ ਬਹੁਤ ਉੱਚਾ ਦਰਖਤ ਹੁੰਦਾ ਜਿੱਥੇ ਆਲ੍ਹਣਾ ਪਾਉਂਦੀ ਹੈ, ਉੱਥੋਂ ਡਿੱਗਣਾ। ਤੇ ਡਰ ਤੇ ਵਾਸਤੇ ਵੀ ਕਿਹਾ, ਡਰ ਤੇ ਲੱਗਣਾ ਹੀ ਹੈ, ਪਰ ਹਿੰਮਤ ਰੱਖ ਕੇ ਫਿਰ ਜਿਹੜਾ ਹਿੰਮਤ ਕਰ ਲੈਂਦਾ ਹੈ, ਉਡਾਰੀ ਮਾਰ ਲੈਂਦਾ, ਉਹਨੂੰ ਫਿਰ ਬੜਾ ਆਨੰਦ ਆਉਂਦਾ ਹੈ ਆਕਾਸ਼ ਦੇ ਵਿੱਚ। ਪਹਿਲੇ ਪਹਿਲ ਬੱਚਾ ਉੱਡਣਾ ਸ਼ੁਰੂ ਕਰ ਦਿੰਦਾ, ਉੱਡਦਾ ਹੀ ਰਹਿੰਦਾ। ਜਿਵੇਂ ਬੱਚਾ ਤੁਰਨਾ ਸ਼ੁਰੂ ਕਰਦਾ ਹੈ ਨਾ, ਫਿਰ ਬੜਾ ਮਜ਼ਾ ਆਉਂਦਾ, ਵਾਰ-ਵਾਰ ਉੱਠ ਤੁਰਦਾ, ਡਿੱਗਦਾ ਫਿਰ ਉੱਠਦਾ, ਫਿਰ ਡਿੱਗਦਾ ਫਿਰ ਉੱਠਦਾ, ਬੜਾ ਮਜ਼ਾ ਆਉਂਦਾ। ਤੇ ਆਕਾਸ਼ ਦੇ ਵਿੱਚ ਉੱਡਣ ਦਾ ਆਨੰਦ ਜਿਹੜਾ ਹੈ ਉਹ ਉੱਡ ਕੇ ਹੀ ਪਤਾ ਲੱਗਦਾ ਹੈ ਕਿ ਆਕਾਸ਼ ਦੇ ਵਿੱਚ, ਵਿਰਾਟ ਆਕਾਸ਼ ਦੇ ਵਿੱਚ ਉਡਾਰੀਆਂ ਮਾਰਨ ਦਾ ਕਿੰਨਾ ਕੁ ਆਨੰਦ ਹੈ। ਪਰ ਇਹ ਮੋਹ ਮਮਤਾ ਧਰਤੀ ਦੀ ਛੱਡ ਕੇ ਹੀ ਆਕਾਸ਼ ਦੇ ਵਿੱਚ ਆਪਾਂ ਉੱਡ ਸਕਦੇ ਹਾਂ। ਤੇ ਆਪਣਾ ਸਾਰਿਆਂ ਦਾ ਸੁਭਾਅ ਹੀ ਆਕਾਸ਼ ਦੇ ਵਿੱਚ ਉੱਡਣਾ ਹੈ, ਸਾਰਿਆਂ ਦਾ ਸੁਭਾਅ।
ਇਹੋ ਹੀ ਹੈ ਆਪਾਂ। ਸਿਰਫ ਆਪਾਂ ਫਸੇ ਹੋਏ ਮੋਹ ਮਾਇਆ ਤੇ ਜਾਲ ਵਿੱਚ, ਸੰਸਾਰ ਦੇ ਨਾਲ ਅਟੈਚਮੈਂਟ। ਇਸ ਕਰਕੇ ਆਪਾਂ ਆਕਾਸ਼ ਦੇ ਵਿੱਚ ਉਡਾਰੀ ਨਹੀਂ ਮਾਰ ਸਕਦੇ। ਤੇ ਕੋਸ਼ਿਸ਼ ਕਰੀਏ ਤਾਂ ख्याल रखिए हर वक्त ही चिंतन करते रहिए परमात्मा परमात्मा का चिंतन का भाव यह है कि संसार के ख्यालातां तो मुक्त, संसार की विचारधारा तो मुक्त होना है। ऐसे निर्गुण का चिंतन करना है कि जिहदा संसार के नाल संबंध नहीं है। ऐसे निर्गुण का परमात्मा का चिंतन करना है कि जिहदा संसार नाल भाव की है, ये पदार्थ दे नाल, जिहड़ा पदार्थ दे विच रहिंदियां होए पदार्थ तो निर्लेप है, उहदा चिंतन करना। जिहड़ा पदार्थ दे विच फसिया होया नहीं, आपां फसे हुए, उहदा चिंतन करना। ਉਹਦਾ चिंतन पहले पहल ਆਪਾਂ ख्याल ਦੇ ਨਾਲ करते हैं, ध्यान लाउंदे, किते ना किते ध्यान ऐसा लाई जिहदे द्वारा संसार के ख्यालातां तो पहला मुक्त होई। श्वासां ते ध्यान लाउणा है जां सिमरन करना, उत्थे ध्यान लाउणा जां त्रिकुटी दे विच मस्तक ते ध्यान लाउणा, ये सारे उपाय ही हैं संसार तो मुक्त होण। संसार के विचार रस जिहड़ी चीज़ का आपां विचार करते हैं ना, सोचते हैं, उहदे नाल अपना मोह हुंदा है। तो जिन्ना ज़्यादा सोचते हैं उन्ना ज़्यादा मोह हो जाए। वो कोई भी चीज़ हो सकती। इस करके ख्याल रखना है, किसी भी पक्ष बारे सोचना ज़्यादा, उहदा पाप की मोह। कई बार ऐसा भी हो जाता है भी कर रहे हैं अपना सेवा भावना, जिवें किसी गुरुद्वारे की सेवा करते हैं या किसी होर सोसाइटी के नाल जुड़े हुए हैं, कर रहे हैं अपना सेवा भावना, पर ज़्यादा विचार जदों उधर की आपां सोचते रहने हैं तो अपना मोह हो जाता है। फिर उत्थे नुकसान हो रहा होवे, कोई प्रॉब्लम होवे तो दुख होंदा है। दुख का कारण यह हो कि अपने उत्थे अटैचमेंट मोह हो गई, सोच सोच के मोह होंदा है। बच्चों बारे आपां सोचते रहंदे, बच्चों दा मोह, जिहदा आपां चिंतन करते हैं ना, उहदे नाल आपां जुड़ते हैं। बस इन्ना ही ख्याल, जिहदा भी चिंतन करते हैं उहदे नाल आपां ज़्यादा जुड़ते हैं। जिहदा चिंतन घट करते हैं उहदे नाल आपां घट जुड़ते हैं। कई बार ऐसा भी हुंदा है, कई लोग बहुत ही मोह करते हैं किसी प्रेमी नाल या कोई संबंधी है। वो संबंधी जदों चढ़ाई कर जाता है तो बाद दे विच आपां उहदा चिंतन बहुत करते, फिर अपनी जिहड़ी सुरत है उहदे चिंतन करके विक्षिप्त हो जाती है, क्योंकि वो तो है नहीं। हुण आपां उहदा चिंतन कर करके सोच सोच के, पर क्या आम कहते नहीं हैं कि सोच सोच के चिंतन कर करके उन टेंशन होगी या होर ऐसियां मानसिक बीमारियां हो जांदियां हैं जिन्हां नूं कह दिंदे भूत प्रेत चंबड़ गई, हवा आ गई। वो सिर्फ जिहड़े चढ़ाई कर चुके हैं, मर चुके हैं, उन्हां दा चिंतन कर करके भी हो जाता है, क्योंकि वो तो है नहीं।
ਤੇ ਜਿਹਦਾ ਵੀ ਆਪਾਂ ਚਿੰਤਨ ਕਰਦੇ ਹਾਂ ਵੈਸੇ ਹੀ ਆਪਾਂ ਹੋ ਜਾਂਦੇ। ਇਹ ਗੁਰਬਾਣੀ 'ਚ ਵੀ ਐਸਾ ਉਲੇਖ, ਜੋ ਜੈਸਾ ਚਿਤਵੈ ਤੈਸਾ ਹੋਏ। ਕਹਿੰਦੇ ਨੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚਰੇ ਡੋਰੂ ਆਵੇ। ਕਹਿੰਦੇ ਜੈਸਾ ਸ਼ਿਵ ਸ਼ਿਵ ਕਰੋਗੇ, ਤੁਸੀਂ ਸ਼ਿਵ ਜੀ ਦਾ ਧਿਆਨ ਕਰੋਗੇ ਤੇ ਸ਼ਿਵ ਜੀ ਵਰਗੇ ਹੋ ਜਾਓ। ਬਲਦ ਦੇ ਉੱਤੇ ਬੈਠ ਕੇ ਤੇ ਡਮਰੂ ਵਜਾਓ। ਕਹਿਣ ਦਾ ਭਾਵ ਕਿ ਜੈਸਾ ਚਿੰਤਨ ਕਰਾਂਗੇ ਆਪਾਂ ਵੈਸੇ ਹੀ ਹੁੰਦੇ ਜਾਵਾਂਗੇ। ਪਦਾਰਥ ਦਾ ਚਿੰਤਨ ਕਰਾਂਗੇ, ਪਦਾਰਥ ਦੇ ਨਾਲ ਜੁੜਾਂਗੇ, ਪਦਾਰਥ ਹੋ ਜਾਵਾਂਗੇ। ਕਿਸੇ ਪ੍ਰਾਣੀ ਦਾ ਚਿੰਤਨ ਕਰਾਂਗੇ ਵੈਸੇ ਹੋ ਜਾਵਾਂਗੇ। ਜੈਸਾ ਚਿੰਤਨ ਵੈਸੇ ਹੀ ਹੁੰਦੇ ਜਾਵਾਂਗੇ। ਪਰਮਾਤਮਾ ਦਾ ਚਿੰਤਨ ਕਰਾਂਗੇ, ਪਰਮਾਤਮਾ ਵਰਗੇ ਹੋ ਜਾਵਾਂਗੇ। ਬਸ ਇਹੋ ਹੀ। ਪਰਮਾਤਮਾ ਦਾ ਚਿੰਤਨ ਪਰਮਾਤਮਾ ਵਰਗੇ। ਇਸੇ ਕਰਕੇ ਗਿਆਨਵਾਨ ਪੁਰਸ਼ ਇਹ ਵੀ ਕਹਿੰਦੇ ਹਨ ਕਿ ਸੰਗਤ ਕਰਨੀ ਹੈ ਤੇ ਆਪਣੇ ਤੋਂ ਸ੍ਰੇਸ਼ਟ ਦੀ, ਚਿੰਤਨ ਕਰਨਾ ਹੈ ਤੇ ਆਪਣੇ ਤੋਂ ਸ੍ਰੇਸ਼ਟ ਦਾ, ਥੱਲੇ ਦਾ ਨਾ ਕਰੋ, ਤਾਂ ਕਿ ਉੱਪਰ ਤੇ ਉੱਠੋ ਨਾ। ਫਿਰ ਪਰਮਾਤਮਾ ਗੁਰੂ ਦਾ, ਫਿਰ ਪਰਮਾਤਮਾ ਤੇ ਪਰਮਾਤਮਾ ਦਾ ਚਿੰਤਨ ਕਰਾਂਗੇ, ਪਰਮਾਤਮਾ ਬਾਰੇ ਸੋਚਾਂਗੇ, ਪਰਮਾਤਮਾ ਦਾ ਖਿਆਲ ਕਰਾਂਗੇ ਤੇ ਪਰਮਾਤਮਾ ਵਰਗੇ ਹੁੰਦੇ ਜਾਵਾਂਗੇ। ਜੋ ਜੈਸਾ ਚਿਤਵੈ ਤੈਸਾ ਹੋਏ। ਜੈਸੀ ਸੋਚ ਵੈਸਾ ਹੋਣਾ ਹੈ। ਤੇ ਆਪਾਂ ਪਰਮਾਤਮਾ ਦਾ ਚਿੰਤਨ ਕਰੀਏ ਤੇ ਪਰਮਾਤਮਾ ਵਰਗੇ ਹੋ ਜਾਵਾਂਗੇ। ਆਓ 5-7 ਮਿੰਟ ਵਾਸਤੇ, 10 ਮਿੰਟ ਵਾਸਤੇ ਸਿਰਫ ਇੱਕੋ ਹੀ ਚਿੰਤਨ ਕਰੀਏ, ਸੰਸਾਰ ਦਾ ਨਹੀਂ, ਸੰਸਾਰ ਤੋਂ ਬਿਲਕੁਲ ਟੁੱਟ ਕੇ ਪਰਮਾਤਮਾ ਦਾ ਹੀ ਖਿਆਲ ਦਿਮਾਗ ਦੇ ਵਿੱਚ ਗੂੰਜੇ ਵੀ ਇਹ ਵਿਰਾਟ ਪਰਮਾਤਮਾ ਜਿਹੜਾ ਫੈਲਿਆ ਹੋਇਆ ਹੈ। ਜਾਂ ਆਕਾਸ਼ ਦਾ ਚਿੰਤਨ ਜੇ ਨਾ ਹੋ ਸਕੇ ਤੇ ਸਵਾਸਾਂ ਦਾ ਧਿਆਨ ਜਿਹੜਾ ਆਪਾਂ ਕਰਦੇ ਹਾਂ, ਜਾਂ ਸਿਮਰਨ ਕੋਈ ਪ੍ਰੇਮੀ ਕਰਦਾ ਹੈ ਉਹਦਾ ਹੀ ਧਿਆਨ, ਇਹੋ ਖਿਆਲ ਵਿੱਚ ਰੱਖਣਾ ਹੈ ਵੀ ਆਪਾਂ ਵਿਚਾਰ ਜਿਹੜੇ ਸੋਚ ਹੈ ਆਪਣੇ ਸੰਸਾਰ ਦੀ ਉਹ ਤੋਂ ਮੁਕਤ ਹੋਣਾ। ਇਸ ਕਰਕੇ ਚਿੰਤਨ ਕਰਨਾ। ਐਸਾ ਨਹੀਂ ਬੈਠੇ ਬੈਠੇ ਆਪਾਂ ਵਾਹਿਗੁਰੂ 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 ਜਪਦੇ ਰਹੀਏ ਤੇ ਦਿਮਾਗ ਦੇ ਵਿੱਚ ਕੰਮ ਧੰਦੇ ਦੀ ਰੀਲ ਚੱਲਦੀ ਰਹੇ, ਪਰਿਵਾਰ ਦੇ ਖਿਆਲਾਤ, ਘਰ ਦੇ ਖਿਆਲਾਤ, ਫਿਰ ਨਹੀਂ ਲਾਭ। ਲਾਭ ਇਹੋ ਹੀ ਹੈ ਕਿ ਖਿਆਲ, ਸੋਚ ਸੰਸਾਰ ਦੀ ਉਹ ਤੋਂ ਮੁਕਤ ਹੋਣਾ। ਉਹਦਾ ਨਾਮ ਹੈ ਸਿਮਰਨ, ਪ੍ਰਭੂ ਸਿਮਰਨ, ਪ੍ਰਭੂ ਦੀ ਯਾਦ। ਪ੍ਰਭੂ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਮੁਕਤ ਹੈ ਤੇ ਆਪਾਂ ਵੀ ਮੁਕਤ ਹੋਣਾ ਹੈ ਸੰਸਾਰ 'ਚ। ਫਿਰ ਨਿਰਗੁਣ ਦਾ ਚਿੰਤਨ, ਜਿਹੜਾ ਸੰਸਾਰ ਨਹੀਂ ਹੈ ਉਹਦਾ ਚਿੰਤਨ। ਇਹ ਖਿਆਲ ਰੱਖ ਕੇ ਆਪਾਂ ਕਰੀਏ। ਬਸ ਇਹੋ ਹੀ ਖਿਆਲ, ਪਰਮਾਤਮਾ ਦਾ ਚਿੰਤਨ, ਉਹਦੇ ਨਾਮ ਦਾ, ਉਹਦੇ ਗੁਣਾਂ ਦਾ ਚਿੰਤਨ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਵਡਿਆਈ ਵਿਚਾਰ। ਉਹਦਾ ਚਿੰਤਨ ਕਿਸੇ ਬਹਾਨੇ ਵੀ ਹੋ ਸਕੇ ਉਸ ਬਹਾਨੇ ਹੀ ਕਰਨਾ। ਜਦੋਂ ਆਪਾਂ ਧਿਆਨ ਕਰਦੇ ਹਾਂ ਪੂਰੀ ਚੇਸ਼ਟਾ ਦੁਆਰਾ ਹੀ ਕਰਿਆ ਕਰੀਏ, ਫਿਰ ਪਿੱਛੇ ਕੋਈ ਰਹਿਣ ਨਾ ਦਿਆ ਕਰੀਏ। ਪੂਰੀ ਲਗਨ
ਭਾਵਨਾ ਨਾਲ ਕਿ ਬਸ ਹੁਣ ਕੁਛ ਚਿਰ ਵਾਸਤੇ ਬਿਲਕੁਲ ਛੁੱਟੀ, ਕੁਛ ਨਹੀਂ ਸੋਚਣਾ, ਕੁਛ ਨਹੀਂ ਵਿਚਾਰਨਾ, ਬਸ ਇੱਕੋ ਹੀ ਖਿਆਲ ਬਣਿਆ ਰਵੇ ਉਸ ਪ੍ਰਭੂ ਦਾ, ਉਸ ਪਿਆਰੇ ਦਾ। ਪੂਰਾ ਖਿਆਲ, ਮਨ ਵਾਰ-ਵਾਰ ਭਟਕ ਜਾਂਦਾ ਹੈ, ਫਿਰ ਆਪਾਂ ਨੂੰ ਭੁੱਲ ਜਾਂਦਾ ਹੈ ਵੀ ਆਪਾਂ ਕਾਹਦੇ ਵਾਸਤੇ ਬੈਠੇ ਹੋਏ। ਇੱਕ ਛਣ ਦੇ ਵਿੱਚ ਹੀ ਮਨ ਦਾ ਸੁਭਾਅ ਇੱਕ ਛਿਣ 'ਚ ਨਿਕਲ ਜਾਂਦਾ। ਬਹੁਤ ਜ਼ਿਆਦਾ ਹੋਸ਼ ਰੱਖਣ ਦੀ ਲੋੜ ਹੈ। ਤਾਂ ਆਪਾਂ ਇਕਾਗਰ ਹੋ ਸਕਦੇ ਹਾਂ। ਬਹੁਤ ਸੁਚੇਤ ਹੋਈ ਤਾਂ ਸਾਵਧਾਨ ਇਕਾਗਰ ਚਿੱਤ प्रभ की उस्तत करो संत मीत, सावधान एकाग्र चित। सावधान होना फिर एकाग्र चित होना।
पूरा ख्याल इस पक्ष वाल रोज दे अभ्यास द्वारा ही टिका बनता है। एडी छेती जिहड़े अभ्यास करते हैं उन्हां दा हो सकता है। अभ्यास कंटिन्यू रोज ही होवे, जिवें संसार दे विच फसन दा अभ्यास रोज ही आपां करते हैं सहज सुभाए, इवें ही निकलण दा अभ्यास रोज सुरती नूं कढना है ते रोज अभ्यास। जे आपां सौण दे 8 घंटे कढदीए ते 16 घंटे आपां संसार दे विच फसण दा अभ्यास करदे, निकलण दा किन्ना करदे। जिन्ना आपां निकलण दा अभ्यास करांगे, भाव कि 2 घंटे 3 घंटे चिंतन सिमरन ध्यान, तां आपां आस्ते आस्ते कुछ समय दे बाद निकलना शुरू हो जाए, संसार चों सुरत निकलनी शुरू हो जाए। पर अभ्यास ये तो सिर्फ आपां समझते हाँ एतवार नूं अभ्यास बारे भी अभ्यास करना है, भुल ना जाई, चेता दवाउणा कि करो कुछ ना कुछ करो। जीवन व्यर्थ जा रहा है, मौत वाल नूं जा रहे हैं, लोग मरदे जांदे हन, अपनी भी वारी आ ही जानी। लैन च खड़े हैं, क्यों दे विच खड़े हैं, पता नहीं किहड़े समय अपनी भी वारी आ जाए। ते समा ना गवाई तो कोशिश करती मरण तो पहले पहल सुरती नूं संसार चों कढ लईए, मुक्त हो जी। नहीं तो बहुत दुख हैं, बहुत कष्ट है, बहुत नरक है, पता नहीं कितना समा भोगना पवे। ये अवसर मिलिया होए, ये अवसर है, इन्हों ना चुकी ना गवाई, ये ख्याल विच रखिए। वार वार अवसर नहीं मिलते हैं, कभी कदाई मिलते हैं, पता नहीं कितने समय बाद फिर मिल। फिर अवसर जे मनुखा जन्म मिल भी जाए तो इहो जिहा अवसर सतसंगत दा ना मिले, ये भी हो सकता है। इहो जी जगह आपां पैदा हो जाइए जिथे धर्म की गल ही कोई ना हो, ते कदी कदाई संजोग जुड़ जाता है भी आपां नूं अवसर भी मिलता है, सतसंगत भी मिल जाती है, धर्म के उपदेशक भी मिल जाते हैं। फिर अपनी कोशिश है भी आपां अवसर का लाभ उठाइए, ना उठाया तो आपां पता नहीं कित्थे चले जाएंगे, फिर कितना समा लंघू, किन्ने युग लंघणगे, कोई पक्का नहीं है। इस बौड़ी ते जो नर चूके, आए जाए दुख पाएंगे। पता नहीं कितना चिर दुख पाउणा है बाद च, ये ख्याल विच रखना है। ये अवसर बहुत वधिया मिलिया होया, इहदा लाह लै लई, ना गवाई।
फिर पछताना पऊ आपां नूं। पाछे पछताए क्या हो, फिर कुछ नहीं होना। हुण हो सकदा, हुण ना समां गवाई। हुण ख्याल रखिए, इहदा लाहा लै दी समय। आठ पहर सिमरो गोबिंद, मन अंदर की उतरे चिंत। ये जिहड़ी चिंतना है, ये अंदर दी समाप्त हो जाती है। चिंता है समाप्त हो जाती। चिंता कादी? संसार दी। संसार जी विचारधारा चिंता है। संसार की सोच चिंता है। चिंता आपां किहनूं कहिंदे हां? किसी एक पहलू ते हज़ारां वारां सोचण नूं चिंता कहा जांदा। डिप्रैशन कहिंदे हन ना इंग्लिश च। एक वस्तु नूं आपां 5000 तो वध वार सोच लई, चिंतन कर लई, वो डिप्रैशन बन जांदी। उहनूं चिंता कहिंदे। वो कोई भी हो सकती। परमात्मा नूं सोचिया डिप्रैशन नहीं हुंदी। उहनूं भावें लखां वारां सोचो, क्योंकि वो संसार नहीं। संसार दीयां वस्तुआं दा चिंतन करो तो डिप्रैशन हुंदी है, चिंता हुंदी। संसार जो नहीं है परमात्मा, ਉਹਦਾ चिंतन कीतिਆਂ डिप्रैशन नहीं होगी। मुक्त होवांगे डिप्रैशन, क्योंकि वो पदार्थ नहीं है, वस्तु नहीं है। वो कामना का हिस्सा नहीं है, वासना का हिस्सा नहीं। इस करके डिप्रैशन नहीं होंदी। चिंता तो मुक्त चिंतन करके होया जांदा। परमात्मा का चिंतन करो, संसार के चिंतन चिंता तो मुक्त हो जाए। चेतना है तो चेत लै निस दिन में प्राणी, छिन छिन औद बिहात है फूटे कट ज्यों पानी। जिवें टुटे हुए कड़े दे विचों पानी रिसदा रहिंदा है, कड़ा खाली हो जाता। इवें ही अपने सवास रोज कटते जाते हैं, रिसदा जाता है अपना भी कड़ा। एक दिन नूं सवासां दी पूंजी समाप्त हो जानी है। तुबका 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 करके कड़ा खाली, छुट्टी हो। तो खड़े खाली होने तो पहला कार्य सफला कर ले, लाहा ले ले। इस जीवन उपयोग कर ले। पंद्रह मिनट वास्ते सिमरन दे विच पूरा ही ध्यान जोड़ देना।